जी आए ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਤੇ ਉਹਦਾ ਪਾਠ ਪਹਿਲਾ ਸੰਪੂਰਨ ਸੰਖਿਆਵਾਂ ਇੰਟੀਜਰਸ ਉਹਦਾ ਅਭਿਆਸ 1.4 ਉਹਦੇ ਪਹਿਲੇ 4 ਸਵਾਲ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਲਓ ਤੇ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ। ਸਾਰੇ ਹੱਲ ਜਿਹੜੇ ਕੀਤੇ ਹੋਏ ਨੇ ਤੁਹਾਡੇ ਲਈ ਆਨਸਰਸ ਨੇ, ਉਹਨਾਂ ਨੂੰ ਤੁਸੀਂ ਆਪਣੀ ਨੋਟਬੁੱਕ 'ਚ ਉਤਾਰ ਲਓ, ਪਰ ਬਾਅਦ ਵਿੱਚੋਂ ਸਾਰੇ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਤੁਸੀਂ ਜ਼ਰੂਰ ਕਰਨਾ ਹੈ। ਜਿਹੜੀ ਸਮਝਣ ਵਾਲੀ ਗੱਲ ਹੈ ਉਹਨੂੰ ਬੜੇ ਧਿਆਨ ਦੇ ਨਾਲ ਸੁਣਨਾ ਹੈ, ਠੀਕ ਹੈ। ਸੋ ਸ਼ੁਰੂ ਕਰੀਏ। ਰੱਖਣ ਵਾਲੀਆਂ ਗੱਲਾਂ ਬੱਚਿਓ ਜੋ ਇਸ ਸਵਾਲਾਂ ਦੇ ਨਾਲ ਸੰਬੰਧ ਰੱਖਦੀਆਂ। ਸਿਫਰ ਦੇ ਨਾਲ ਜਿਹੜੀ ਮਰਜ਼ੀ ਸੰਖਿਆ ਨਾਲ ਭਾਗ ਕੀਤਾ ਜਾਵੇ ਨਤੀਜਾ ਸਿਫਰ ਆਉਂਦਾ ਹੈ। ਸਿਫਰ ਦੇ ਨਾਲ ਭਾਵੇਂ ਧਨਾਤਮਕ ਸੰਖਿਆ ਭਾਗ ਕਰੋ ਜਾਂ ਸਿਫਰ ਦੇ ਨਾਲ ਭਾਵੇਂ ਰਿਣਾਤਮਕ ਸੰਖਿਆ ਭਾਗ ਕਰੋ, ਅਰਥਾਤ ਸਿਫਰ ਉੱਪਰ ਤੇ ਥੱਲੇ ਉਹਦੇ ਚਾਹੇ ਪੋਜ਼ੀਟਿਵ ਨੈਗੇਟਿਵ ਧਨਾਤਮਕ ਰਿਣਾਤਮਕ ਕੋਈ ਵੀ ਸੰਖਿਆ ਹੋਵੇ ਉਹਦਾ ਨਤੀਜਾ ਹਮੇਸ਼ਾ ਸਿਫਰ ਆਉਂਦਾ, ਠੀਕ ਹੈ। ਤੇ ਕਿਸੇ ਵੀ ਸੰਖਿਆ ਨੂੰ ਜੇ ਇੱਕ ਨਾਲ ਭਾਗ ਕਰੋ ਤੇ ਉਹੀ ਰਹਿੰਦਾ ਮੁੱਲ a/1 a ਭਾਗ 1 a, ਤੇ ਜੇ ਮਾਈਨਸ a ਹੈਗਾ ਉਹਨੂੰ ਇੱਕ ਨਾਲ ਭਾਗ ਕਰਕੇ ਫਿਰ ਮਾਈਨਸ a ਹੀ ਆਏਗਾ, ਅਰਥਾਤ ਇੱਕ ਨਾਲ ਭਾਗ ਕੀਤਿਆਂ ਸੰਖਿਆ ਦੇ ਮੁੱਲ ਵਿੱਚ ਕੋਈ ਫਰਕ ਨਹੀਂ ਪੈਂਦਾ, ਠੀਕ ਹੈ। ਦੂਜੀ ਗੱਲ ਧਿਆਨ ਰੱਖਣੀ ਹੈ ਕਿ a ਨੂੰ b ਨਾਲ ਭਾਗ ਕਰੋ ਤੇ ਉਹ b ਨੂੰ a ਨਾਲ ਭਾਗ ਕਰੋ, ਦੋਨੋਂ ਬਰਾਬਰ ਇੱਕੋ ਗੱਲ ਨਹੀਂ ਹੈਗੀ। ਜਿੱਦਾਂ ਅਸੀਂ ਕਹਿੰਦੇ ਹਾਂ ਨਾ, ਗੁਣਾ ਵਿੱਚ ਤੇ ਜਮਾ ਦੇ ਵਿੱਚ ਅਸੀਂ ਕਹਿੰਦੇ ਕਰਮ ਵਟਾਂਦਰਾ ਗੁਣ ਸੱਚ ਹੈ, ਪਰ ਭਾਗ ਦੇ ਵਿੱਚ ਕਰਮ ਵਟਾਂਦਰਾ ਗੁਣ ਸੱਚ ਨਹੀਂ ਹੈ। ਅਸੀਂ ਜਮਾ ਵਿੱਚ ਕਹਿੰਦੇ ਹਾਂ a ਜਮਾ b ਬਰਾਬਰ b ਜਮਾ a, ਵੀ a ਨੂੰ ਪਹਿਲੇ ਲਿਖ ਲਓ ਜਾਂ b ਨੂੰ ਪਹਿਲੇ ਲਿਖ ਲਓ, ਜਾਂ ਅਸੀਂ ਕਹਿੰਦੇ ਹਾਂ a ਗੁਣਾ b ਬਰਾਬਰ b ਗੁਣਾ a, ਅਰਥਾਤ a ਪਹਿਲਾਂ ਲਿਖ ਲਓ ਭਾਵੇਂ b ਪਹਿਲਾਂ ਲਿਖ ਲਓ। ਪਰ ਇਹ ਭਾਗ 'ਚ ਲਾਗੂ ਨਹੀਂ ਹੁੰਦਾ। ਜਿੱਦਾਂ a ਭਾਗ b ਬਰਾਬਰ ਨਹੀਂ ਹੈਗਾ b ਭਾਗ a, ਮਤਲਬ ਕਿ a ਪਹਿਲੇ ਲਿਖਿਆ ਹੈ ਤੇ b ਬਾਅਦ 'ਚ ਲਿਖਿਆ ਹੈ, ਤੇ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਵੀ b ਨੂੰ ਪਹਿਲਾਂ ਲਿਖ ਲਓ ਤੇ ਫਿਰ a ਨੂੰ ਬਾਅਦ 'ਚ ਲਿਖ ਲਓ, ਨਹੀਂ। ਸੋ a ਬਟਾ b, a ਭਾਗ b ਵੱਖਰੀ ਚੀਜ਼ ਹੋਏਗੀ ਤੇ b ਭਾਗ a ਵੱਖਰੀ ਚੀਜ਼ ਹੋਏਗੀ। ਇਹ ਦੋਨੋਂ ਬਰਾਬਰ ਨਹੀਂ ਹੈਗੇ ਜਿੱਦਾਂ ਜਮਾ ਅਤੇ ਗੁਣਾ ਵਿੱਚ ਹੁੰਦਾ ਹੈ। ਇਹਨੂੰ ਅਸੀਂ ਕਹਿੰਦੇ ਹਾਂ ਕਰਮ ਵਟਾਂਦਰਾ ਗੁਣ, ਠੀਕ ਹੈ ਬੱਚਿਓ। ਸੋ ਇਹਦਾ ਮਤਲਬ ਕਿ ਕਰਮ ਵਟਾਂਦਰਾ ਗੁਣ ਜਿਹੜਾ ਹੈ ਉਹ ਇਹਨਾਂ ਲਈ ਆਪਣੇ ਜਿਹੜੇ ਇਹ ਸੰਪੂਰਨ ਸੰਖਿਆਵਾਂ ਲਈ ਸੱਚ ਨਹੀਂ ਹੈ, ਠੀਕ ਹੈ। ਦੂਜੀ ਗੱਲ, a ਭਾਗ b ਇਹ 'ਚੋਂ ਇੱਕ ਸੰਖਿਆ ਰਿਣਾਤਮਕ ਹੋਵੇ ਮਾਈਨਸ ਹੋਵੇ, ਚਾਹੇ a ਤੇ ਚਾਹੇ b, ਤੇ ਭਾਗਫਲ ਜਿਹੜਾ ਹੈ ਉਹ ਰਿਣਾਤਮਕ ਹੋਏਗਾ। ਇਹਦਾ ਮਤਲਬ ਇਹ ਵੇ ਕਿ a ਔਰ b, a ਨੈਗੇਟਿਵ ਹੈ ਜਾਂ b ਨੈਗੇਟਿਵ ਹੈ, ਸਿੱਧਾ a ਨੂੰ b ਨਾਲ ਭਾਗ ਕਰੋ ਤੇ ਮੂਹਰੇ ਨੈਗੇਟਿਵ ਲਗਾ ਦਿਓ, ਚਾਹੇ b ਨੈਗੇਟਿਵ ਹੋਵੇ ਚਾਹੇ a ਨੈਗੇਟਿਵ ਹੋਵੇ ਇੱਕ। ਪਰ ਜੇ ਦੋਨੋਂ ਨੈਗੇਟਿਵ ਹੋਣ, a ਵੀ ਨੈਗੇਟਿਵ ਹੋਵੇ ਤੇ b ਨੈਗੇਟਿਵ ਹੋਵੇ, ਤੇ ਨੈਗੇਟਿਵ ਕੱਟ ਜਾਂਦਾ ਹੈ, ਜਿਹਦਾ ਗੁਣਾ ਦੇ ਵਿੱਚ ਵੀ ਇੱਦਾਂ ਹੀ ਹੈ। ਜੇ ਦੋ ਸੰਖਿਆਵਾਂ ਰਿਣਾਤਮਕ ਨੂੰ ਗੁਣਾ ਕਰੋ ਤੇ ਗੁਣਾ ਗੁਣਾ ਜਮਾ ਹੋ ਜਾਂਦਾ ਹੈ, ਇਹ ਮਤਲਬ ਕਿ ਰਿਣਾਤਮਕ ਧਨਾਤਮਕ ਬਣ ਜਾਂਦਾ ਹੈ। ਪਰ ਇਹ ਇੱਕ a ਗੁਣਾ b ਵਿੱਚ a ਰਿਣਾਤਮਕ ਹੋਵੇ ਜਾਂ b ਰਿਣਾਤਮਕ ਇੱਕ ਨੈਗੇਟਿਵ ਹੋਵੇ ਤੇ ਗੁਣਨਫਲ ਨੈਗੇਟਿਵ ਹੁੰਦਾ ਹੈ। ਇਸੇ ਤਰ੍ਹਾਂ ਦੋ ਸੰਖਿਆਵਾਂ ਦੇ ਵਿੱਚ ਜੇ ਇੱਕ ਨੈਗੇਟਿਵ ਹੋਵੇ, ਚਾਹੇ a ਚਾਹੇ b, ਤੇ ਭਾਗਫਲ ਰਿਣਾਤਮਕ ਹੋਏਗਾ, ਨੈਗੇਟਿਵ ਹੋਏਗਾ। ਪਰ ਜੇ ਦੋਨੋਂ ਨੈਗੇਟਿਵ ਹੋਣ ਫਿਰ ਭਾਗਫਲ ਪੋਜ਼ੀਟਿਵ ਹੋਏਗਾ। ਦੇਖੋ ਇੱਥੇ ਨੈਗੇਟਿਵ ਸਾਈਨ ਨਹੀਂ ਹੈਗਾ। ਇਹ ਗੱਲਾਂ ਬੱਚੋ ਚੇਤੇ ਰੱਖਣੀਆਂ ਨੇ, ਇਹਨਾਂ ਨੂੰ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲਓ। ਜੇ ਇਹ ਗੱਲਾਂ ਸਮਝ ਆ ਗਈਆਂ ਤੇ ਸਵਾਲ ਵਿੱਚ ਗਲਤੀਆਂ ਹੋਣ ਦੀ ਗੁੰਜਾਇਸ਼ ਖਤਮ ਹੋ ਜਾਏਗੀ। ਫਿਰ ਮਾਈਨਸ a ਨੂੰ ਮਾਈਨਸ a ਨਾਲ ਭਾਗ ਕਰੋ ਜਾਂ a ਨੂੰ a ਨਾਲ ਭਾਗ ਕਰੋ, ਇੱਕੋ ਸੰਖਿਆ, ਮਤਲਬ ਕਿ ਜਿਹੜੀ ਸੰਖਿਆ ਹੈ ਉਹਨੂੰ ਉਸੇ ਸੰਖਿਆ ਨਾਲ ਭਾਗ ਕਰ ਦਿਓ ਤੇ ਭਾਗਫਲ ਹਮੇਸ਼ਾ ਪੋਜ਼ੀਟਿਵ ਹਮੇਸ਼ਾ ਇੱਕ ਆਏਗਾ। ਪਰ ਇਹ ਵੀ ਕਿ ਜੇ ਇਹ ਨੈਗੇਟਿਵ ਹੈ ਤੇ ਇਹ ਵੀ ਨੈਗੇਟਿਵ ਹੋਣੀ ਚਾਹੀਦੀ ਹੈ, ਤੇ ਜੇ ਇਹ ਪੋਜ਼ੀਟਿਵ ਹੈ ਤੇ ਇਹ ਵੀ ਪੋਜ਼ੀਟਿਵ ਹੋਣੀ ਚਾਹੀਦੀ ਹੈ। ਅਰਥਾਤ ਜਿਹੜੀ ਸੰਖਿਆ ਚਿੰਨ੍ਹ ਦੇ ਨਾਲ ਇੱਕ ਸੰਖਿਆ ਨੂੰ ਉਸੇ ਸੰਖਿਆ ਨਾਲ ਭਾਗ ਕਰ ਦਿੱਤਾ ਜਾਵੇ ਤੇ ਭਾਗਫਲ ਹਮੇਸ਼ਾ ਇੱਕ ਹੁੰਦਾ ਹੈ, ਠੀਕ ਹੈ। ਅੱਗੇ ਦੇਖੀਏ, ਇੱਕ ਗੱਲ ਹੋਰ ਚੇਤਾ ਰੱਖਣ ਵਾਲੀ ਬੱਚਿਓ, ਜੇ a ਭਾਗ b ਬਰਾਬਰ c ਹੋਵੇ, c ਕੋਈ ਭਾਗਫਲ ਹੈਗਾ, ਠੀਕ ਹੈ, ਤੇ ਫਿਰ ਅਸੀਂ ਕੀ ਕਹਿ ਸਕਦੇ ਹਾਂ, c ਨੂੰ ਅਸੀਂ ਇੱਥੇ ਲਿਆ ਸਕਦੇ ਹਾਂ ਤੇ b ਨੂੰ ਇੱਥੇ ਲਿਆ ਸਕਦੇ ਹਾਂ। a ਭਾਗ c ਬਰਾਬਰ b, ਇਹ ਵੀ ਬੱਚੇ ਚੰਗੀ ਤਰ੍ਹਾਂ ਕੰਠ ਕਰ ਲਓ, ਨੋਟ ਕਰ ਲਓ। ਇਹਨੂੰ ਲਿਖਣ ਦਾ ਇੱਦਾਂ ਮਤਲਬ ਹੈ, ਮੈਂ ਇਹਨੂੰ ਇੱਦਾਂ ਕਰਕੇ ਲਿਖ ਸਕਦਾ ਜਿੱਦਾਂ a ਭਾਗ b ਦਾ ਮਤਲਬ a ਭਾਗ b ਤੇ ਬਰਾਬਰ c, ਭਾਗਫਲ ਇਹ ਆ ਰਿਹਾ। ਇਹਦਾ ਮਤਲਬ ਹੈ ਕਿ c ਨੂੰ ਮੈਂ b ਦੀ ਥਾਂ ਲਿਖ ਸਕਦਾ ਤੇ b ਨੂੰ c ਦੀ ਥਾਂ ਲਿਖ ਸਕਦਾ। ਦੇਖੋ a ਬਟਾ c ਬਰਾਬਰ b। ਇਹ ਬੱਚੋ ਬੜਾ ਹੀ ਮਹੱਤਵਪੂਰਨ ਗੱਲ ਹੈਗੀ ਹੈ। ਅੱਗੇ ਸਾਡਾ ਚੌਥਾ ਸਵਾਲ ਆਏਗਾ, ਉਹਦੇ ਵਿੱਚ ਇਹ ਚੀਜ਼ ਅਸੀਂ ਵਰਤਾਂਗੇ, ਤੇ ਇਹ ਗੱਲ ਨੂੰ ਚੰਗੀ ਤਰ੍ਹਾਂ ਤੁਸੀਂ ਦਿਮਾਗ 'ਚ ਬਿਠਾ ਲਓ। ਇਹ ਬੜੀ ਹੀ ਮਹੱਤਵਪੂਰਨ ਹੈ, ਅੱਗੇ ਜਾ ਕੇ ਵੀ ਇਹ ਗੱਲਾਂ ਤੁਹਾਡੀਆਂ ਵਰਤੀਆਂ ਜਾਣਗੀਆਂ। ਸੋ ਇਹਨੂੰ ਚੰਗੀ ਤਰ੍ਹਾਂ ਬਿਠਾ ਲਓ ਕਿ a ਬਟਾ b ਬਰਾਬਰ ਜੇ c ਹੋਵੇ
ਤੇ C ਨੂੰ ਚੱਕ ਕੇ ਇੱਥੇ ਲਿਆਇਆ ਜਾ ਸਕਦਾ ਹੈ ਤੇ B ਨੂੰ ਚੱਕ ਕੇ ਇੱਥੇ ਲਿਆਇਆ ਜਾ ਸਕਦਾ ਹੈ। A ਬਟਾ C ਬਰਾਬਰ B। ਠੀਕ ਹੈ। ਤੇ ਦੂਜੀ ਗੱਲ ਹੈਗੀ ਹੈ, ਜੇ A ਬਟਾ B ਬਰਾਬਰ C ਹੋਵੇ ਤੇ ਫਿਰ ਜੇ ਇੱਕ ਤੇ ਮਾਈਨਸ ਲਗਾ ਦਿਓ ਇੱਥੇ, ਜੇ ਇੱਥੇ ਮਾਈਨਸ ਲੱਗ ਜਾਏ ਤੇ ਫਿਰ C ਤੇ ਵੀ ਇੱਥੇ ਮਾਈਨਸ ਲੱਗ ਜਾਏਗਾ। ਠੀਕ ਹੈ। ਤੇ ਜੇ A ਤੇ ਨਹੀਂ ਲਗਾਉਣਾ ਤੇ ਜੇ B ਤੇ ਮਾਈਨਸ ਲਗਾ ਦੇਵਾਂ B ਤੇ C ਤੇ ਵੀ ਮਾਈਨਸ ਲੱਗ ਜਾਏਗਾ। ਅਰਥਾਤ ਬਰਾਬਰ ਦਾ ਜੋ ਚਿੰਨ੍ਹ ਹੈ ਇਹਦੇ ਇੱਕ ਪਾਸੇ ਖੱਬੇ ਪਾਸੇ ਮੈਂ ਇੱਕ ਰਿਣਾਤਮਕ ਚਿੰਨ੍ਹ ਲਗਾ ਸਕਦਾ ਤੇ ਸੱਜੇ ਪਾਸੇ ਵੀ ਰਿਣਾਤਮਕ ਚਿੰਨ੍ਹ ਲਗਾ ਸਕਦਾ। ਸੱਜੇ ਪਾਸੇ ਤੇ ਇੱਕੋ ਹੀ ਸੰਖਿਆ C ਹੈਗੀ ਹੈ ਭਾਗਫਲ, ਉੱਥੇ ਜੇ ਮੈਂ ਨੈਗੇਟਿਵ ਲਗਾ ਦੇਵਾਂ ਤੇ ਜਿਹੜੇ ਖੱਬੇ ਪਾਸੇ ਜਿਹੜਾ ਨੈਗੇਟਿਵ ਲਗਾਉਣਾ ਹੈ, ਖੱਬੇ ਪਾਸੇ ਰਿਣਾਤਮਕ ਚਿੰਨ੍ਹ ਲਾਉਣਾ ਹੈ, ਉਹ ਮੈਂ A ਤੇ ਵੀ ਲਾ ਸਕਦਾ ਤੇ B ਤੇ ਵੀ ਲਾ ਸਕਦਾ। ਬੱਚਿਓ ਇਹ ਜਿਹੜੀ ਗੱਲ ਹੈ ਨਾ, ਇਹਨੂੰ ਤੁਸੀਂ ਚੰਗੀ ਤਰ੍ਹਾਂ ਰੱਟਾ ਲਾ ਲਓ। ਬਸ ਇੱਕ ਦੋ ਵਾਰ ਰੱਟਾ ਲਾਉਣ ਦੀ ਗੱਲ ਹੈ, ਫਿਰ ਜਿਵੇਂ ਜਿਵੇਂ ਸਵਾਲ ਹੋਈ ਜਾਣਗੇ ਇਹ ਗੱਲ ਤੁਹਾਡੇ ਪਰਮਾਨੈਂਟ ਦਿਮਾਗ 'ਚ ਬਹਿ ਜਾਏਗੀ, ਜਿੱਦਾਂ ਸਾਡੇ ਦਿਮਾਗ 'ਚ ਪਹਾੜੇ ਬੈਠੇ ਹੋਏ ਨੇ। ਸੋ ਸ਼ੁਰੂ 'ਚ ਤਾਂ ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਆਪਣੇ ਦਿਮਾਗ 'ਚ ਬਿਠਾ ਲਓ। ਅਸੀਂ ਚੌਥਾ ਸਵਾਲ ਇਹਦੇ ਵਿੱਚ ਇਸ ਐਕਸਰਸਾਈਜ਼ ਵਿੱਚ ਕਰਾਂਗੇ, ਉਹਦੇ ਵਿੱਚ ਇਹ ਗੱਲ ਅਸੀਂ ਵਰਤਾਂਗੇ। ਤਾਂ ਮੈਂ ਕਹਿ ਰਿਹਾ ਵੀ ਇਹਨੂੰ ਚੇਤਾ ਰੱਖ ਲਓ, ਕੋਈ ਸਵਾਲ ਕਰਨ ਲੱਗੇ ਜਿਹੜੇ ਸਮਝਾਵਾਂਗੇ ਤੁਸੀਂ ਕਹੋਗੇ ਇਹ ਕਿੱਦਾਂ ਹੋ ਗਿਆ, ਤੇ ਮੈਂ ਇਸ ਕਰਕੇ ਇਹਨੂੰ ਜਨਰਲ ਇੱਕ ਫਾਰਮੂਲਾ ਬਣਾ ਕੇ ਤੁਹਾਨੂੰ ਸਮਝਾ ਦਿੱਤਾ ਹੈ। ਠੀਕ ਹੈ। ਆਓ ਹੁਣ ਕਰੀਏ ਸਵਾਲ। ਹੇਠਾਂ ਲਿਖਿਆਂ ਦਾ ਮੁੱਲ ਪਤਾ ਕਰੋ। ਇਹ ਤਾਂ ਸੌਖਾ ਹੀ ਹੈ ਬੱਚਿਓ। ਸੋ ਇਹ ਭਾਗ ਹੈਗੇ ਨੇ 6, ਸੋ 76 ਬਟਾ 19। ਸੋ ਇੱਦਾਂ 76 ਇੱਦਾਂ ਲਿਖਣਾ ਹੈ, ਇੱਦਾਂ ਕਰਕੇ ਭਾਗ ਦਾ ਨਿਸ਼ਾਨ ਇੱਥੇ 19 ਤੇ 19 ਦਾ ਪਹਾੜਾ ਗਿਣਨਾ ਸ਼ੁਰੂ ਕਰਨਾ। 19 ਏਕਮ 19, 19 ਦੂਣਾ 38, 19 ਤੀਆ 57 ਤੇ 19 ਚੌਕ 76। ਸੋ 19 ਚੌਕ 76, 76 ਤੋਂ 76 ਗਿਆ, 0 ਘੱਟ ਆ ਗਿਆ, ਸੋ ਇੱਥੇ 4 ਆ ਗਿਆ ਆਂਸਰ। ਠੀਕ ਹੈ। ਅੱਗੇ ਚਲੀਏ। -156 ਬਟਾ -112। ਇਹ ਦੇਖੋ ਇਹ ਵੀ ਮਾਈਨਸ ਹੈ ਤੇ ਇਹ ਵੀ ਮਾਈਨਸ ਹੈ, ਤੇ ਕਿਹਦੇ ਬਰਾਬਰ ਹੋ ਜਾਏਗਾ, ਮਾਈਨਸ ਮਾਈਨਸ ਕੱਟ ਜਾਏਗਾ, 156 ਬਟਾ 12। ਠੀਕ ਹੈ। ਸੋ ਇਹਨੂੰ ਇੱਦਾਂ ਕਰਾਂਗੇ 156 ਤੇ 12 ਦਾ ਪਹਾੜਾ ਮੈਂ ਗਿਣਾਂਗਾ, 12 ਏਕਮ 12, 5 ਤੋਂ ਜੋ ਹੋ ਗਿਆ 3, 6 ਥੱਲੇ ਲਾਇਆ, ਫਿਰ 12 ਦਾ ਪਹਾੜਾ ਗਿਣਾਂਗਾ, 12 ਏਕਮ 12, 12 ਦੂਣੇ 24, 12 ਤੀਏ 36, 3, 12 ਤੀਏ 36। ਸੋ ਆਂਸਰ ਆ ਗਿਆ ਇਹ ਵਾਲਾ, ਇਹ ਆਂਸਰ ਹੈ 13। ਠੀਕ ਹੈ। ਫਿਰ -125 ਬਟਾ -1, ਇਹ ਵੀ ਮਾਈਨਸ ਹੈ, ਇਹ ਵੀ ਮਾਈਨਸ ਹੈ, ਸੋ ਇਹਦੇ ਬਰਾਬਰ ਹੋ ਗਿਆ 125 ਬਟਾ 1। ਤੇ ਤੁਹਾਨੂੰ ਬੱਚਿਓ ਦੱਸਿਆ ਕਿ ਕਿਸੇ ਵੀ ਸੰਖਿਆ ਨੂੰ ਇੱਕ ਨਾਲ ਭਾਗ ਕੀਤਿਆਂ ਸੰਖਿਆ ਦਾ ਮੁੱਲ ਬਦਲਦਾ ਨਹੀਂ, ਸੋ ਆ ਗਿਆ 125, 125 ਦਾ 125 ਰਹੇਗਾ। ਠੀਕ ਹੈ। ਫਿਰ ਅੱਗੇ ਚਲੀਏ 125 ਬਟਾ -25। ਹੁਣ ਇਹਦਾ ਜਿਹੜਾ ਆਂਸਰ ਹੈ ਬੱਚਿਓ ਉਹ ਮਾਈਨਸ ਵਿੱਚ ਆਏਗਾ। ਕਿਉਂ? ਕਿਉਂਕਿ ਇੱਕ ਮਾਈਨਸ ਹੈਗਾ, ਦੋ ਨਹੀਂ ਹੈਗਾ ਮਾਈਨਸ, ਇੱਕ ਮਾਈਨਸ ਹੈਗਾ। ਸੋ ਅਸੀਂ ਪਹਿਲੇ ਕੀ ਕਰਾਂਗੇ, 125 ਨੂੰ 25 ਨਾਲ ਭਾਗ ਕਰਾਂਗੇ ਤੇ ਮੋਹਰੇ ਮਾਈਨਸ ਲਾ ਦਾਂਗੇ। ਸੋ 25 ਦਾ ਮੈਂ ਇੱਦਾਂ ਕੀਤਾ, 25 ਏਕਮ 25, 25 ਦੂਣਾ 50, 25 ਤੇ 75, 25 ਚੌਕ 100, 25 ਪੰਜੇ 125, 125, 25 ਪੰਜੇ 100। ਸੋ ਆਂਸਰ ਆ ਗਿਆ 5 ਤੇ ਇੱਕ ਚਿੰਨ੍ਹ ਹੈਗਾ ਨੈਗੇਟਿਵ, ਸੋ ਇੱਥੇ ਨੈਗੇਟਿਵ ਲਗਾਤਾ। ਠੀਕ ਹੈ। ਅੱਗੇ ਚਲੀਏ। 25 ਦਾ ਪਹਾੜਾ ਬੱਚੋ ਕੰਠ ਕਰਨਾ ਬੜਾ ਸੌਖਾ ਹੈ, ਇਹਨੂੰ ਯਾਦ ਕਰ ਲਓ। ਠੀਕ ਹੈ। ਸੋ 0 ਬਟਾ 0 ਭਾਗ -5। ਇੱਥੇ ਬੱਚਿਓ ਮਾਈਨਸ ਹੋਵੇ, ਪਲੱਸ ਹੋਵੇ, ਲੱਖ ਹੋਵੇ, 2 ਲੱਖ ਹੋਵੇ, ਕਰੋੜ ਹੋਵੇ, 420 ਹੋਵੇ, 13 ਹੋਵੇ, 17 ਹੋਵੇ, ਜੋ ਮਰਜ਼ੀ ਹੋਵੇ, 0 ਭਾਗ ਕੋਈ ਵੀ ਸੰਖਿਆ 0 ਹੁੰਦੀ ਹੈ, ਸਿਫਰ ਹੁੰਦੀ ਹੈ। ਸੋ ਆਂਸਰ ਸਿੱਧਾ ਕਰਕੇ 0 ਲਿਖ ਲੈਣਾ। ਸੋ ਇਸ ਗੱਲ ਦੀ ਤੁਸੀਂ ਘਬਰਾਉਣਾ ਨਹੀਂ, ਇੱਥੇ ਪਲੱਸ ਹੈਗਾ ਜਾਂ ਮਾਈਨਸ ਹੈਗਾ, 0.1 ਹੈਗਾ, 10 ਹੈਗਾ, 11 ਹੈਗਾ, 13 ਹੈਗਾ, ਲੱਖ ਹੈਗਾ, ਕਰੋੜ ਹੈਗਾ, ਅਰਬ ਹੈਗਾ, ਖਰਬ ਹੈਗਾ, ਜੋ ਮਰਜ਼ੀ ਹੋਵੇ, ਸਿਫਰ ਬਟਾ ਕੋਈ ਵੀ ਸੰਖਿਆ ਸਿਫਰ। ਠੀਕ ਹੈ। ਸੋ -15, 15, 15 ਬਟਾ 15 1, ਪਰ ਕਿਉਂਕਿ ਇੱਕ ਨੈਗੇਟਿਵ ਹੈਗਾ ਇਸ ਕਰਕੇ ਨੈਗੇਟਿਵ ਲੱਗ ਜਾਏਗਾ। ਸੋ 15 ਨਾਲ 15 ਤੇ ਕੱਟ ਗਿਆ, ਪਰ -1 ਰਹਿ ਗਿਆ, ਮਾਈਨਸ ਨਾਲ ਕੱਟਣ ਲਈ ਇੱਥੇ ਮਾਈਨਸ ਨਹੀਂ ਹੈਗਾ, ਸੋ ਇੱਥੇ -1। ਠੀਕ ਹੈ। ਅੱਗੇ ਚਲੀਏ। ਕਹਿੰਦੇ -18 ਅਤੇ ਸਿਫਰ ਦੇ ਵਿਚਕਾਰ ਆਉਣ ਵਾਲੀਆਂ ਜਿਸਤ ਸੰਖਿਆਵਾਂ ਲਿਖੋ। ਬੱਚੋ 6ਵੀਂ ਵਿੱਚ ਅਸੀਂ ਸੰਖਿਆ ਰੇਖਾ ਪੜ੍ਹ ਚੁੱਕੇ ਹਾਂ। ਠੀਕ ਹੈ। ਸੋ ਇੱਧਰੋਂ ਬੜਾ ਸੌਖਾ ਹੈ, ਵੈਸੇ ਤਾਂ ਜ਼ਬਾਨੀ ਲਿਖਿਆ ਜਾ। ਜਿਸਤ ਸੰਖਿਆ ਕਿਹੜੀ ਹੁੰਦੀ ਬੱਚਿਓ, ਜਿਹੜੀ 2 ਨਾਲ ਭਾਗ ਹੋ ਜਾਂਦੀ ਹੈ, 2 4 6 8 10 12 14, ਹੈ ਨਾ। ਟਾਂਕ ਸੰਖਿਆ ਕਿਹੜੀ ਹੁੰਦੀ, ਜਿਹੜੀ 2 ਨਾਲ ਭਾਗ ਨਹੀਂ ਹੁੰਦੀ, 1 3 5 7 9 13 15 17 19, ਹੈ ਨਾ। ਸੋ ਇਹ ਮੈਨੂੰ ਪਤਾ ਲੱਗ ਗਿਆ, ਇਹਨਾਂ ਕੇ ਵਿਚਕਾਰ ਆਉਣ ਵਾਲੀਆਂ, ਵਿਚਕਾਰ ਮਤਲਬ ਕਿ ਇਹਨਾਂ ਨੂੰ ਲੈ ਕੇ ਨਹੀਂ। ਸੋ -18 ਤੋਂ ਬਾਅਦ ਕਿਹੜੀ ਆਉਂਦੀ ਹੈ, -17, ਇਹਦੀ ਟਾਂਕ ਸੰਖਿਆ ਹੈਗੀ ਹੈ। ਫਿਰ ਦੂਜੀ ਕਿਹੜੀ ਹੈਗੀ, -16, ਇਹ ਲਿਖ ਦਿੱਤੀ। ਫਿਰ ਟਾਂਕ ਆ ਗਈ, ਫਿਰ ਜਿਸਤ ਆ ਗਈ -14, ਇਹ -14 ਲਿਖਤੀ। ਫਿਰ -13 ਟਾਂਕ ਆ ਗਈ, ਇਹ ਨਹੀਂ ਆਏਗੀ। ਫਿਰ -12 ਜਿਸ ਸੰਖਿਆ ਆ ਗਈ, -12, ਕਿਉਂਕਿ 2 ਨਾਲ ਭਾਗ ਹੁੰਦੀ, ਦੇਖੋ 2 8 16, 2 7 14, 2 6 12, 17 15 13, 2 ਨਾਲ ਭਾਗ ਨਹੀਂ ਹੁੰਦੇ, -12 ਆ ਗਿਆ। ਫਿਰ -11 ਟਾਂਕ ਸੰਖਿਆ ਆ ਗਈ, ਫਿਰ -10 ਆ ਗਿਆ, ਇੱਥੇ ਲਿਖ ਦਿੱਤਾ -10। ਫਿਰ 9 ਨਹੀਂ ਆਏਗੀ, ਟਾਂਕ ਹੈਗੀ ਹੈ। ਫਿਰ -8 ਆ ਗਈ, ਜਿਸਤ ਹੈਗੀ ਹੈ, -8 ਇੱਥੇ ਆ ਗਿਆ। ਫਿਰ -7 ਨਹੀਂ ਆਏਗੀ, ਟਾਂਕ ਹੈਗੀ ਹੈ। ਫਿਰ -4 ਜਿਸਤ ਹੈਗੀ ਹੈ,
-6 इत्थे लिख दिता। -5 टांक हैगी ये नहीं आएगी, -4 आएगी, -4 इत्थे लिखता। -3 नहीं आएगी, टांक हैगी है, -3 तो इत्थे जगह नहीं सी बच्चों, इत्थे -2 आएगी, सो -2 लिख ਦਿੱਤੀ ਤੇ -2 ਤੋਂ ਬਾਅਦ 0 ਆਉਂਦਾ ਹੈ। ਅਸੀਂ -18 ਤੇ 0 ਦੇ ਵਿਚਕਾਰਲੀਆਂ ਲਿਖਣੀਆਂ, ਅਰਥਾਤ -18 ਨੂੰ ਤੇ 0 ਨੂੰ ਛੱਡ ਕੇ ਲਿਖਣੀਆਂ, ਵਿਚਕਾਰਲੀਆਂ ਇਹ ਵਾਲੀਆਂ ਜਿਸ ਸੰਖਿਆਵਾਂ ਹਨ। ਸੋ ਤੁਸੀਂ ਬੱਚਿਓ ਇਹਦਾ ਸੰਖਿਆ ਰੇਖਾ ਨਾਲ ਬਣਾ ਲੈਣੀ ਹੈ, ਉਹਨਾਂ ਗਲਤੀ ਦੀ ਗੁੰਜਾਇਸ਼ ਨਹੀਂ ਰਹੇਗੀ। ਪਰ ਇੱਕ ਵਾਰ ਜਦੋਂ ਤੁਹਾਡਾ ਅਭਿਆਸ ਹੋ ਜਾਏਗਾ ਤੁਸੀਂ ਜ਼ਬਾਨੀ ਦਿਮਾਗ 'ਚ ਸੋਚ ਕੇ ਵੀ ਇਹ ਲਿਖ ਸਕਦੇ ਹੋ, ਠੀਕ ਹੈ। ਤੀਸਰਾ ਸਵਾਲ ਕਰੀਏ। ਤੀਸਰਾ ਸਵਾਲ ਹੈ -9 ਅਤੇ 9 ਦੇ ਵਿਚਕਾਰ ਆਉਣ ਵਾਲੀਆਂ ਟਾਂਕ ਸੰਖਿਆਵਾਂ ਲਿਖੋ। ਸੋ ਇੱਧਰੋਂ ਸ਼ੁਰੂ ਕਰ ਲਿਆ ਬੱਚੋ। -9 ਮੈਂ ਛੱਡ ਦਿੱਤਾ, ਇੱਥੇ ਜਗ੍ਹਾ ਨਹੀਂ ਸੀਗੀ ਮੇਰੇ ਕੋਲ ਪੂਰੀ, -9 ਤੇ ਮੈਂ ਲੈਣਾ ਹੀ ਨਹੀਂ, ਇਹਨੂੰ ਛੱਡ ਦੇਣਾ। -9 ਤੋਂ ਬਾਅਦ ਆਉਂਦੀ ਹੈ -8, ਪਰ -8 ਜਿਸ ਸੰਖਿਆ, ਠੀਕ ਹੈ, ਉਹ ਮੈਂ ਛੱਡ ਦਿੱਤੀ। ਫਿਰ -7 ਟਾਂਕ ਆ ਗਈ, ਇਹ ਲੈ ਲਈ। -6 ਜਿਸਤ ਹੈਗੀ ਹੈ, ਫਿਰ -5 ਆ ਗਈ, ਮੈਂ ਇੱਥੇ ਲਿਖ ਦਿੱਤੀ। -4 ਜਿਸਤ ਹੈਗੀ ਹੈ, ਫਿਰ -3 ਆ ਗਈ ਟਾਂਕ, ਮੈਂ -3 ਲਿਖ ਦਿੱਤੀ। -2 ਜਿਸਤ ਹੈਗੀ ਹੈ, ਫਿਰ -1 ਆਈ, ਇਹ ਲਿਖ ਦਿੱਤੀ। 0 ਵੀ ਜਿਸਤ ਹੈਗੀ ਹੈ ਬੱਚੋ, 0 ਜਿਸਤ ਸੰਖਿਆ ਹੁੰਦੀ ਹੈ ਕਿਉਂਕਿ 2 ਨਾਲ ਭਾਗ ਹੋ ਜਾਂਦੀ ਹੈ। ਫਿਰ 1 ਆਇਆ, ਹੁਣ ਪੋਜ਼ੀਟਿਵ ਸ਼ੁਰੂ ਹੋ ਗਿਆ, ਹੁਣ ਧਨਾਤਮਕ ਰਿਣਾਤਮਕ ਖਤਮ ਹੋ ਗਈਆਂ ਇੱਥੇ। ਸਿਫਰ ਨਾ ਰਿਣਾਤਮਕ ਹੈ ਨਾ ਧਨਾਤਮਕ ਹੈ, ਸੋ ਇਹ ਆ ਗਈ ਤੁਹਾਡੀ ਧਨਾਤਮਕ ਆ ਗਈ। ਇੱਕ ਟਾਂਕ ਹੈਗੀ ਹੈ, ਇੱਕ ਇੱਥੇ ਲਿਖ ਦਿੱਤਾ। 2 ਜਿਸਤ ਹੈਗੀ ਹੈ, ਨਹੀਂ ਲਿਖਣੀ। 3 ਟਾਂਕ ਹੈਗੀ ਹੈ, ਲਿਖ ਦਿੱਤੀ। 4 ਜਿਸਤ ਹੈਗੀ ਹੈ, ਨਹੀਂ ਲਿਖਣੀ। 5 ਟਾਂਕ ਹੈਗੀ ਹੈ, ਲਿਖ ਦਿੱਤੀ। 6 ਜਿਸਤ ਹੈਗੀ ਹੈ, ਨਹੀਂ ਲਿਖਣੀ। 7 ਟਾਂਕ ਹੈਗੀ ਹੈ, ਲਿਖ ਦਿੱਤੀ। 7 ਤੋਂ ਬਾਅਦ 8 ਆਉਂਦੀ ਹੈ, ਜਿਸਤ ਉਹ ਨਹੀਂ ਲਿਖਣੀ। ਫਿਰ 9 ਆ ਗਈ, ਪਰ ਮੈਂ 9 ਨੂੰ ਨਹੀਂ ਲੈਣਾ ਕਿਉਂਕਿ ਕਹਿੰਦੇ -9 ਅਤੇ 9 ਦੇ ਵਿਚਕਾਰਲੀਆਂ ਲਿਖਣੀਆਂ। ਵਿਚਕਾਰਲੀ ਦਾ ਮਤਲਬ ਹੁੰਦਾ ਕਿ ਜਿਹੜੀ ਸੰਖਿਆ ਦੀ ਗੱਲ ਕੀਤੀ ਹੈ ਉਹਨਾਂ ਨੂੰ ਨਹੀਂ ਲੈਣਾ, ਉਹਨਾਂ ਨੂੰ ਛੱਡ ਦੇਣਾ ਹੈ, ਠੀਕ ਹੈ। ਇਹ 3 ਸਵਾਲ ਹੋ ਗਏ। ਅਗਲਾ ਚੌਥਾ। ਹੁਣ ਬੱਚਾ ਚੌਥੇ ਸਵਾਲ ਨੂੰ ਮੈਂ 3 ਤਰੀਕਿਆਂ ਨਾਲ ਕੀਤਾ ਹੈ ਕਿਉਂਕਿ ਇਹ ਥੋੜ੍ਹਾ ਜਿਹਾ ਵੱਖਰਾ ਕਿਸਮ ਦਾ ਸਵਾਲ ਹੈ, ਹੋ ਸਕਦਾ ਸਮਝ 'ਚ ਤੰਗੀ ਆਵੇ, ਤੇ ਮੈਂ 3 ਵੱਖ-ਵੱਖ ਰੂਪਾਂ 'ਚ ਕੀਤਾ ਹੈ ਤੇ ਤੁਸੀਂ ਤਿੰਨੋਂ ਢੰਗ ਸਮਝ ਲਓ। ਜਿਹੜੇ ਬੱਚੇ ਨੂੰ ਤਿੰਨੋਂ ਸਮਝ ਆ ਜਾਣਗੇ ਉਹਦੇ ਲਈ ਬਹੁਤ ਵਧੀਆ ਹੈ, ਤੇ ਜਿਹਨੂੰ ਥੋੜ੍ਹਾ ਤੰਗੀ ਲੱਗਦੀ ਹੈ ਤੇ ਤਿੰਨਾਂ 'ਚੋਂ ਜਿਹੜਾ ਉਹਨੂੰ ਸੌਖਾ ਲੱਗਦਾ ਉਹ ਵਾਲਾ ਅਪਣਾ ਲਵੇ। ਤਿੰਨੋਂ ਤਰੀਕੇ ਵਧੀਆ ਨੇ, ਤਿੰਨੋਂ ਤਰੀਕੇ ਠੀਕ ਨੇ ਸਿਧਾਂਤ ਦੇ ਤੌਰ ਤੇ। ਸੋ ਇਹ ਦੇਖੋ, ਕਹਿੰਦੇ -240 ਨੂੰ ਕਿਸ ਸੰਖਿਆ ਨਾਲ ਭਾਗ ਕੀਤਾ ਜਾਵੇ ਕਿ 16 ਪ੍ਰਾਪਤ ਹੋਵੇ। ਮਤਲਬ ਇਹ ਸਵਾਲ ਪੁੱਠਾ ਹੈ। ਉਹਨਾਂ ਨੇ ਇਹ ਨਹੀਂ ਕਿਹਾ -240 ਨੂੰ 16 ਨਾਲ ਭਾਗ ਕਰੋ ਤੇ ਭਾਗਫਲ ਪਤਾ ਕਰੋ, ਉਹਨਾਂ ਨੇ ਇਹ ਨਹੀਂ ਕਿਹਾ, ਉਹਨਾਂ ਨੇ ਭਾਗਫਲ ਦੇ ਦਿੱਤਾ ਹੈ। ਉਹਨਾਂ ਦਾ ਕਹਿਣ ਦਾ ਮਤਲਬ ਹੈ -240 ਨੂੰ ਕਿਹੜੀ ਸੰਖਿਆ ਨਾਲ ਭਾਗ ਕੀਤਾ ਜਾਵੇ ਕਿ ਸਾਨੂੰ 16 ਭਾਗਫਲ ਮਿਲੇ, ਠੀਕ ਹੈ। ਹੁਣ ਬੱਚਿਓ ਇਹ ਮੈਂ ਜਿਹੜੀ ਗੱਲ ਕਹੀ ਸੀ ਨਾ, ਤੁਸੀਂ ਯਾਦ ਰੱਖਿਓ ਵੀ ਇਹ ਸਵਾਲ ਕਰਾਂਗੇ ਤੇ ਉਹ ਹੈ ਹੁਣ ਇੱਥੇ ਅਸੀਂ ਉਹ ਵਰਤਾਂਗੇ। ਕਹਿੰਦੇ ਮੰਨ ਲਓ ਸੰਖਿਆ ਹੈ ਬਰਾਬਰ -a। ਮੈਂ ਹੁਣ -a ਕਿਉਂ ਮੰਨੀ, ਮੈਂ 3 ਤਰੀਕੇ ਨਾਲ ਸਵਾਲ ਕਰਾਂਗਾ। ਕਿਤੇ ਮੈਂ -a ਮੰਨਾਂਗਾ, ਕਿਤੇ ਮੈਂ a ਮੰਨਾਂਗਾ, ਠੀਕ ਹੈ। ਮੰਨ ਲਓ -a ਮੰਨ ਲਈ। ਕਿਉਂ ਮੰਨੀ ਬੱਚਿਓ, ਕਿਉਂਕਿ ਇੱਥੇ -240 ਹੈ ਤੇ 40 ਜੇ 16 ਹੈਗਾ ਭਾਗਫਲ, ਉਹ ਪੋਜ਼ੀਟਿਵ ਹੈਗਾ। ਇਹ ਭਾਗਫਲ ਹੈ ਨਾ, 16 ਪ੍ਰਾਪਤ ਹੋਵੇ, 16 ਪ੍ਰਾਪਤ ਮਿਲੀ, 16 ਭਾਗਫਲ ਹੈ। 16 ਬੱਚਿਓ ਪੋਜ਼ੀਟਿਵ ਹੈਗਾ, ਧਨਾਤਮਕ ਹੈਗਾ। ਇਹਦਾ ਮਤਲਬ ਇਹ ਹੋਇਆ ਕਿ -40 ਨੂੰ -240 ਨੂੰ ਜਿੰਨਾ ਇਹ ਭਾਗ ਕਰਾਂਗੇ ਉਹ ਵੀ ਮਾਈਨਸ ਹੋਣੀ ਚਾਹੀਦੀ ਹੈ, ਕਿਉਂਕਿ ਮਾਈਨਸ ਸੰਖਿਆ ਨੂੰ ਮਾਈਨਸ ਸੰਖਿਆ ਨਾਲ ਭਾਗ ਕੀਤਿਆਂ ਹੀ ਪੋਜ਼ੀਟਿਵ ਭਾਗਫਲ ਪ੍ਰਾਪਤ ਹੁੰਦਾ ਹੈ। ਜੇ ਰਿਣਾਤਮਕ ਸੰਖਿਆ ਨੂੰ ਰਿਣਾਤਮਕ ਸੰਖਿਆ ਨਾਲ ਭਾਗ ਕਰਾਂਗੇ ਤਾਈਓ ਧਨਾਤਮਕ ਭਾਗਫਲ ਪ੍ਰਾਪਤ ਹੋਏਗਾ। ਇਹ ਗੱਲ ਸਾਨੂੰ ਯਾਦ ਰੱਖਣੀ ਹੈ। ਮੈਂ ਸ਼ੁਰੂ 'ਚ ਚੇਤਾ ਰੱਖੋ ਵਿੱਚ ਇਹ ਗੱਲ ਦੱਸੀ ਹੈ, ਇਸ ਕਰਕੇ ਮੈਂ ਮੰਨ ਲਿਆ ਕਿ ਇਹ ਜਿਹੜੀ ਸੰਖਿਆ ਮੰਨ ਲਓ ਰਿਣਾਤਮਕ a ਹੈਗੀ ਹੈ। ਹੁਣ ਫਿਰ ਮੈਂ ਕੀ ਕਰਾਂਗਾ, ਮੈਂ ਕੀ ਕਹਤਾ -240 ਉਹ ਕਹਿੰਦਾ ਭਾਗ ਕੀਤਾ ਜਾਵੇ, ਭਾਗ -a ਬਰਾਬਰ 16, ਠੀਕ ਹੈ ਜੀ। ਇੱਦਾਂ ਹੀ ਹੈ ਨਾ, ਹੋ ਗਿਆ ਨਾ। ਹੁਣ ਇਹ ਕੀ ਬੱਚੋ, ਮਾਈਨਸ ਔਰ ਮਾਈਨਸ ਕੱਟ ਜਾਏਗਾ, ਸੋ 240 ਭਾਗ a ਬਰਾਬਰ 16। ਹੁਣ ਬੱਚੋ ਤੁਹਾਨੂੰ ਮੈਂ ਇਹ ਵੀ ਦੱਸਿਆ ਕਿ ਜਦੋਂ ਇੱਦਾਂ ਹੋਵੇ ਤੇ ਮੈਂ 16 ਨੂੰ ਇੱਥੇ ਲਿਆ ਸਕਦਾ ਤੇ a ਨੂੰ ਇੱਥੇ ਲਿਆ ਸਕਦਾ। ਯਾਦ ਮੈਂ ਕਿਹਾ ਸੀਗਾ ਇਹ ਵਰਤਾਂਗੇ ਆਪਾਂ। ਸੋ ਮੈਂ ਕੀ ਕੀਤਾ, 240 ਭਾਗ 16 ਤੇ a ਇੱਥੇ ਲੈਂਦਾ, a ਨੂੰ ਚੱਕ ਕੇ ਇੱਥੇ ਲੈਂਦਾ ਤੇ 16 ਨੂੰ ਇੱਥੇ ਲੈ। ਪਹਿਲਾਂ ਤੇ ਮੈਂ ਮਾਈਨਸ ਮਾਈਨਸ ਕੱਟੇ, ਫਿਰ ਮੈਂ ਕੀ ਕੀਤਾ, a ਨੂੰ ਇੱਥੇ ਲੈ ਗਿਆ ਤੇ 16 ਨੂੰ ਇੱਥੇ ਲੈ ਗਿਆ ਤੇ ਉਹਨੇ 16 ਨਾਲ ਭਾਗ ਕੀਤਾ। 240 ਨੂੰ 16 ਨਾਲ ਭਾਗ ਕਰ ਸਕਦਾ ਮੈਂ ਪਹਾੜਾ ਗਿਣਿਆ 16 × 16 ਤੇ ਇੱਥੋਂ 4 ਹੈਗਾ ਤੇ 2 ਹਾਸਲ, ਇੱਥੋਂ 2 ਤੋਂ 1 ਹਾਸਲ ਲੈ ਲਿਆ 14, 14 'ਚੋਂ 6 ਗਿਆ 8, ਸਿਫਰ ਇੱਥੋਂ ਲੈ ਲਿਆ 80। 16 × 16, 16 ਨਾਲ 32, 16 ਦੀ 48, 16 ਚੌਕ 64, 16 ਪੰਜੇ 80, ਇਹ ਕੱਟ ਗਿਆ ਤੇ ਆ ਭਾਗਫਲ ਆ ਗਿਆ ਤੇ 15। ਹੁਣ ਬੱਚਿਓ ਇਹ 15 ਆਇਆ, ਇਹਦਾ ਮਤਲਬ ਕੀ ਹੋਇਆ, ਦਿਸ ਇੰਪਲਾਈਜ਼, ਇਹਦਾ ਮਤਲਬ ਹੈ ਕਿ a 15 ਹੈ। ਇਹ ਦੇਖੋ a ਨਾ, a 15 ਆਇਆ, ਇਹ ਦੇਖੋ a 15। 240 ਨੂੰ 16 ਨਾਲ ਭਾਗ ਕੀਤਾ, 240 ਨੂੰ 16 ਨਾਲ ਭਾਗ ਕੀਤਾ ਤੇ a ਆਉਂਦਾ ਹੈ ਤੇ a ਕੀ ਆਇਆ 15।
जे ए 15 है पर मैनू माइनस ए चाहिए तो माइनस ए के बराबर होगा -15। मैं एक माइनस इत्थे भी लाता, एक माइनस इत्थे भी लाता, कोई फर्क नहीं पिया। सो मेरा आ गया जवाब। सो 16 प्राप्त करने लई -240 नूं -15 नाल भाग किया जावे। यह आ गया मेरा जवाब -15। यह पहला तरीका है। आओ दूजा तरीका देखिए। दूजा तरीका बच्चों इदा ही, मैं हुण मान लिया ए, जे तुसीं उदा नहीं मनना तो मतलब कि माइनस ए लैके नहीं चलना, तुसीं ए मान लो। ਇਹ ਬੱਚੋ ਸਾਰੇ ਤਰੀਕੇ ਕਰਨ ਦਾ ਫਾਇਦਾ ਹੁੰਦਾ ਹੈ, ਇਹਨਾਂ ਗਣਿਤ ਦੀਆਂ ਸਿਧਾਂਤਕ ਗੱਲਾਂ ਸਪਸ਼ਟ ਹੋ ਜਾਂਦੀਆਂ ਨੇ। ਸੋ -240 ਭਾਗ a ਬਰਾਬਰ 16, ਠੀਕ ਹੈ। ਜਾਂ ਮੈਂ ਕੀ ਕੀਤਾ, -240 ਐ ਮੈਂ 16 ਇੱਥੇ ਲੈਣ ਦਾ ਤੇ a ਇੱਥੇ ਲੈਣ ਦਾ, -240 ਭਾਗ 16 ਬਰਾਬਰ a, ਠੀਕ ਹੈ। ਤੇ ਇਹਦਾ ਮਤਲਬ ਕੀ ਹੈ, ਤੁਹਾਨੂੰ ਮੈਂ ਵੀ ਦੱਸਿਆ ਬੱਚਿਓ ਕਿ ਜੇ ਮਾਈਨਸ ਇੱਥੇ ਹੋਵੇ ਤੇ ਇਹਦਾ ਮਤਲਬ ਕੀ ਫਿਰ ਭਾਗਫਲ ਮਾਈਨਸ ਆਏਗਾ। ਸੋ 240 ਬਟਾ 16 ਬਰਾਬਰ ਮਾਈਨਸ a। ਇਹਦਾ ਮਤਲਬ ਇਹ ਹੈ ਨਾ, ਅਗਰ 240 ਨੈਗੇਟਿਵ ਹੈ ਤੇ 16 ਨਾਲ ਭਾਗ ਕਰ ਰਹੇ ਹਾਂ ਤੇ ਭਾਗਫਲ ਮਾਈਨਸ ਆਉਣਾ ਚਾਹੀਦਾ। ਸੋ ਮੈਂ -200 ਮਾਈਨਸ ਚੱਕ ਕੇ ਇੱਥੋਂ ਦੀ ਮੈਂ ਇੱਥੇ ਲੈ ਆਂਦਾ, ਇਹ ਵੀ ਮੈਂ ਕਰ ਸਕਦਾ ਇੱਦਾਂ, ਠੀਕ ਹੈ। ਐਵੇਂ ਉਹ 'ਚ ਸਾਰਾ ਤੁਹਾਨੂੰ ਜਿੱਥੇ ਦੱਸਿਆ ਨਾ ਚੇਤਾ ਰੱਖੋ ਹਮੇਸ਼ਾ, ਉਹ 'ਚ ਗੱਲਾਂ ਦੱਸੀਆਂ। ਹੁਣ ਮੈਂ ਜਿਹੜੇ ਇਹਨੂੰ 240 ਨੂੰ 16 ਨਾਲ ਭਾਗ ਕੀਤਾ ਤੇ ਉਹੀ ਗੱਲ ਆ ਗਈ, 15 ਆ ਗਿਆ। ਸੋ a ਬਰਾਬਰ 15 ਤੇ ਇੱਥੇ ਮਾਈਨਸ ਲੱਗਾ ਤੇ -a ਬਰਾਬਰ -15। ਸੋ 16 ਪ੍ਰਾਪਤ ਕਰਨ ਲਈ -240 ਨੂੰ -15 ਨਾਲ ਭਾਗ ਕੀਤਾ ਜਾਵੇ, ਇਹ ਆ ਗਿਆ ਜਵਾਬ। ਤੁਸੀਂ ਦੋਨੋਂ ਤਰੀਕਿਆਂ ਨਾਲ ਕਰੋ ਬੱਚਿਓ। ਦੋਨੋਂ ਤਰੀਕਿਆਂ ਕਰਨ ਦੇ ਨਾਲ ਤੁਹਾਨੂੰ ਇਹ ਗਣਿਤ ਦੀ ਜਿਹੜੀ ਡਰ ਹੈਗਾ ਉਹ ਦੂਰ ਹੋ ਜਾਏਗਾ ਤੇ ਗੱਲ ਚੰਗੀ ਤਰ੍ਹਾਂ ਸਪਸ਼ਟ ਹੋ ਜਾਏਗੀ। ਆਓ ਹੁਣ ਤੀਜਾ ਢੰਗ ਦੇਖੀਏ। ਤੀਜਾ ਢੰਗ ਜਿਵੇਂ ਮੰਨ ਲਿਆ ਪਹਿਲੇ, ਹੁਣ ਫਿਰ ਮੰਨ ਲਿਆ ਸੰਖਿਆ a ਹੈਗੀ ਹੈ ਜਿਹਦੇ ਨਾਲ ਭਾਗ ਕੀਤਾ ਜਾਵੇ। ਸੋ 240 ਬਟਾ a, 240 ਭਾਗ a ਬਰਾਬਰ 16, ਠੀਕ ਹੈ। ਜਾਂ 240 ਭਾਗ 16 ਬਟਾ a, ਇਹ ਬਰਾਬਰ a, ਮਤਲਬ ਕਿ ਇਹ ਇੱਥੇ ਲੈਣ ਦਾ, ਇਹ ਇੱਥੇ ਲੈਣ ਦਾ, ਤੇ ਇਹ 15 ਆਇਆ, ਦੇਖੋ ਇਹ 15 ਆ ਗਿਆ। 240 ਨੂੰ 16 ਨਾਲ ਭਾਗ ਕੀਤਿਆਂ 15 ਆ ਗਿਆ। ਹੁਣ ਫਿਰ ਮੈਂ ਇੱਦਾਂ, ਇਹ ਵੀ ਬੜਾ ਸੌਖਾ ਤਰੀਕਾ, ਜੇ ਤੁਸੀਂ ਇੱਦਾਂ ਲਿਖ ਲਓ। ਹੁਣ ਜੇ 240 ਭਾਗ 16 ਬਰਾਬਰ 15 ਹੋਵੇ, ਜੇ ਇੱਦਾਂ ਤੇ ਫਿਰ ਕੀ ਹੋਏਗਾ, ਮੈਂ ਇੱਥੇ ਮਾਈਨਸ ਲਗਾਤਾ ਤੇ ਇੱਥੇ ਮਾਈਨਸ ਲਗਾਤਾ। ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਜੇ ਇੱਦਾਂ ਹੋਵੇ a ਭਾਗ b ਬਰਾਬਰ c, ਤੇ ਮੈਂ ਕਿਹਾ ਸੀ -a ਭਾਗ b ਬਰਾਬਰ -c ਕਰ ਸਕਦੇ ਹਾਂ। ਤੇ ਮੈਂ ਕੀ ਕੀਤਾ, ਮਾਈਨਸ ਇੱਥੇ ਲਗਾਤਾ ਤੇ 15 ਦੇ ਮੂਹਰੇ ਮਾਈਨਸ ਲਗਾਤਾ। ਇਹ ਹੋਰ ਵੀ ਸੌਖਾ ਹੈ, ਮੈਂ ਤਿੰਨੋਂ ਤਰੀਕੇ ਕਰ ਦਿੱਤੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਗੱਲ ਸਪਸ਼ਟ ਹੋ ਜਾਏ। ਸੋ 16 ਪ੍ਰਾਪਤ ਕਰਨ ਲਈ -240 ਨੂੰ -15 ਨਾਲ ਭਾਗ ਕੀਤਾ ਜਾਵੇ, ਠੀਕ ਹੈ ਪਿਆਰੇ ਵਿਦਿਆਰਥੀਓ। ਘਬਰਾਉਣਾ ਨਹੀਂ, ਕੋਈ ਤੰਗੀ ਪੇਸ਼ੀ ਆਉਂਦੀ ਮੈਨੂੰ ਨੋਟਸ ਵਿੱਚ, ਮੈਨੂੰ ਕਮੈਂਟਸ ਵਿੱਚ ਲਿਖ ਕੇ ਤੁਸੀਂ ਦੱਸ ਦੇਣਾ ਹੈ, ਠੀਕ ਹੈ। ਪਰ ਮੈਨੂੰ ਲੱਗਦਾ ਹੈ ਇਹ ਜੇ ਸਵਾਲ ਨੂੰ ਤਿੰਨੋਂ ਤਰੀਕਿਆਂ ਨਾਲ ਤੁਸੀਂ ਕਰ ਲਓਗੇ ਤੇ ਗੱਲ ਤੁਹਾਡੇ ਦਿਮਾਗ 'ਚ ਚੰਗੀ ਤਰ੍ਹਾਂ ਬੈਠ ਜਾਏਗੀ। ਮੈਨੂੰ ਇਹ ਤਰੀਕਾ ਸਭ ਤੋਂ ਸੌਖਾ ਲੱਗਿਆ, ਪਰ ਪਹਿਲਾ ਤਰੀਕਾ ਵੀ ਕਰੋ। ਉਹ ਇਸ ਕਰਕੇ ਕਹਿ ਰਹੇ ਹਾਂ ਫਿਰ ਗਾਂਹ ਜਾ ਕੇ ਅਗਲੀ ਕਲਾਸਾਂ ਵਿੱਚ ਤੁਹਾਨੂੰ ਇਹ ਸਾਰੀਆਂ ਗੱਲਾਂ ਕੰਮ ਆਉਣਗੀਆਂ। ਸੋ 240 ਭਾਗ a ਬਰਾਬਰ 16, 16 ਇੱਥੇ ਲੈਣ ਦਾ, a ਇੱਥੇ ਲੈਣ ਦਾ, ਜਵਾਬ 15 ਆ ਗਿਆ। ਤੇ ਜੇ 240 ਬਟਾ 16 ਬਰਾਬਰ 15 ਹੋਵੇ ਤੇ ਮੈਂ ਮਾਈਨਸ ਇੱਥੇ ਲਗਾ ਸਕਦਾ, ਜਾਂ ਮੈਂ ਮਾਈਨਸ ਇੱਥੇ ਲਗਾ ਸਕਦਾ, 16 ਦੇ ਵੀ ਲਗਾ ਸਕਦਾ ਜਾਂ ਮਾਈਨਸ ਲਗਾ ਸਕਦਾ, ਕਿਉਂਕਿ ਬੱਚਿਓ ਇਹ ਸਵਾਲ ਨੂੰ ਘੁਮਾ ਕੇ ਹੋਰ ਢੰਗ ਨਾਲ ਵੀ ਕਹਿ ਸਕਦੇ ਸੀਗੇ। ਸੋ ਇਸ ਕਰਕੇ ਇਹ ਦੋਨੋਂ ਦੇ ਵਿੱਚੋਂ ਕਿਤੇ ਵੀ ਮਾਈਨਸ ਲਗਾਇਆ ਜਾ ਸਕਦਾ, ਪਰ ਮੈਨੂੰ ਕਿਉਂਕਿ 240 ਨਾਲ ਮਾਈਨਸ ਚਾਹੀਦਾ, ਸੋ ਮੈਂ ਇੱਕ ਮਾਈਨਸ ਇੱਥੇ ਲਗਾਤਾ ਤੇ ਇੱਕ ਮਾਈਨਸ ਇੱਥੇ ਲਗਾਤਾ। ਇਹਦਾ ਮਤਲਬ ਹੋ ਗਿਆ ਸੋ 16 ਪ੍ਰਾਪਤ ਕਰਨ ਲਈ -240 ਨੂੰ -15 ਨਾਲ ਭਾਗ ਕੀਤਾ ਜਾਵੇ ਜੀ। ਪਿਆਰੇ ਵਿਦਿਆਰਥੀਓ, ਤੁਹਾਡੇ ਇਹ 4 ਸਵਾਲ ਇਸ ਵੀਡੀਓ ਨਾਲ ਇੱਥੇ ਸਮਾਪਤ ਹੁੰਦੇ ਨੇ ਤੇ ਤੁਸੀਂ ਇਸੇ ਤਰ੍ਹਾਂ ਮਨ ਲਗਾ ਕੇ ਨੇਮ ਦੇ ਨਾਲ, ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ।